Hello students, today we are going to discuss about nucleus in this video. Last time we had discussed about cell membrane and cytoplasm. This is a topic of class 8th, chapter 8, cell structure and functions. So let's get started. Let's learn about nucleus. What is a nucleus? Nucleus is an important component of the living cell. हर living cell the important component कौन हुंदा न्यूक्लियस हुंदा इट इज़ जनरली स्फेरिकल एंड लोकेटेड इन द सेंटर ऑफ द सैल जनरली स्फेरिकल शेप दा होएगा ते लोकेटेड कित्थे हुंदा सैल दे सेंटर दे विच इट कैन बी स्टेन एंड सीन ईजिली विद द हैल्प ऑफ ए माइक्रोस्कोप इनू स्टेन भी किया जा सकता कोई कैमिकल आ उहदे जदों स्टेन करते हैं तो कलर शो करता है इनू स्टेन किया जा सकता एंड सीन ईजिली विद द हैल्प ऑफ माइक्रोस्कोप दे नाल ईजिली विजिबल हो जाता है Nucleus is separated from the cytoplasm by a membrane called the nuclear membrane. Nucleus है nucleus cytoplasm तो एक membrane दे नाल separated हुंदा जिहदा नाम है nuclear membrane. This membrane is also porous and allows the movement of material between the cytoplasm and inside the nucleus. जिवें आपां cell membrane ਦੇ ਵਿੱਚ ਦੇਖਿਆ ਸੀਗਾ कि ਉਹ porous ਹੁੰਦੀ ਆ pores ਹੁੰਦੇ ਛੋਟੇ ਛੋਟੇ ਜਿਹਦੇ ਕਰਕੇ ਸੈੱਲ ਮੈਂਬਰੇਨ ਦੇ ਵਿੱਚ ਬਾਹਰ ਤੋਂ ਕੋਈ ਵੀ ਮਟੀਰੀਅਲ ਅੰਦਰ ਆ ਸਕਦਾ ਤੇ ਅੰਦਰ ਦਾ ਮਟੀਰੀਅਲ ਬਾਹਰ ਜਾ ਸਕਦਾ ਇਸੇ ਤਰ੍ਹਾਂ ਨਿਊਕਲੀਅਸ ਦੇ ਬਾਹਰ ਵੀ ਇੱਕ ਮੈਂਬਰੇਨ ਪ੍ਰੈਜ਼ੈਂਟ ਹੈ ਜਿਹਨੂੰ ਆਪਾਂ ਨਿਊਕਲੀਅਰ ਮੈਂਬਰੇਨ ਕਹਿੰਦੇ ਆ ਇਹ ਵੀ ਪੋਰਸ ਹੁੰਦੀ ਹੈ ਇਹ ਅਲਾਉ ਕਰਦੀ ਹੈ ਮੂਵਮੈਂਟਸ ਨੂੰ ਨਿਊਕਲੀਅਸ ਸਾਈਟੋਪਲਾਜ਼ਮ ਤੋਂ ਨਿਊਕਲੀਅਸ ਦੇ ਵਿੱਚ ਤੇ ਜੇ ਨਿਊਕਲੀਅਸ ਤੋਂ ਕੋਈ ਚੀਜ਼ ਬਾਹਰ ਜਾਣੀ ਹੈ ਉਹਨੂੰ ਅਲਾਉ ਕਰਦੀ ਹੈ ਕਲੀਅਰ ਵਿਦ ਅ ਮਾਈਕਰੋਸਕੋਪ ਆਫ ਹਾਈਅਰ ਮੈਗਨੀਫਿਕੇਸ਼ਨ ਹੁਣ ਇਹਨਾਂ ਨੇ ਕਿਹਾ ਕਿ ਜਿਹੜਾ ਮਾਈਕਰੋਸਕੋਪ ਹੈ ਜਿਹੜਾ ਸਿੰਪਲ ਮਾਈਕਰੋਸਕੋਪ ਹੈ ਉਹਦੇ ਨਾਲ ਤਾਂ ਸਾਨੂੰ ਸਟੇਨ ਕੀਤਾ ਹੋਇਆ ਇੱਕ ਸੈਂਟਰ ਦੇ ਵਿੱਚ ਸਫੈਰੀਕਲ ਸਟਰਕਚਰ ਦਿਖਦੀ ਹੈ ਜਿਹਨੂੰ ਆਪਾਂ ਨਿਊਕਲੀਅਸ ਕਹਿ ਦਿੰਦੇ ਹਾਂ ਪਰ ਜੇ ਆਪਾਂ ਮੈਗਨੀਫਿਕੇਸ਼ਨ ਹਾਈ ਮੈਗਨੀਫਿਕੇਸ਼ਨ ਵਾਲਾ ਮਾਈਕਰੋਸਕੋਪ ਯੂਜ਼ ਕਰੀਏ ਤਾਂ ਸਾਨੂੰ ਇੱਕ ਹੋਰ ਛੋਟੀ ਸਫੈਰੀਕਲ ਬੋਡੀ ਦਿਖਦੀ ਹੈ ਨਿਊਕਲੀਅਸ ਦੇ ਅੰਦਰ ਜਿਹਨੂੰ ਆਪਾਂ ਬੋਲਦੇ ਹਾਂ ਨਿਊਕਲੀਓਲਸ ਸਪੈਲਿੰਗ ਦੇਖ ਲੈਣਾ ਇਹਦੇ ਕੀ ਨੇ ਨਿਊਕਲੀਅਸ ਦੇ ਤੇ ਨਿਊਕਲੀਓਲਸ ਦੇ ਨਿਊਕਲੀਓਲਸ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਸਫੈਰੀਕਲ ਬੋਡੀ In addition, nucleus contain thread-like structures called chromosomes. ਹੁਣ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹਦੇ ਨਾਲ ਨਾਲ ਨਿਊਕਲੀਅਸ ਦੇ ਵਿੱਚ ਇੱਕ ਥ੍ਰੈਡ-ਲਾਈਕ ਸਟਰਕਚਰਸ ਹੁੰਦੀਆਂ ਨੇ ਜਿਹਨੂੰ ਆਪਾਂ ਕ੍ਰੋਮੋਸੋਮਸ ਕਹਿੰਦੇ ਆ ਕ੍ਰੋਮੋਸੋਮ ਦੀ ਡੈਫੀਨੇਸ਼ਨ ਵੀ ਅੰਡਰਲਾਈਨ ਕਰ ਲੈਣੀ ਵਾਟ ਆਰ ਦੀ ਕ੍ਰੋਮੋਸੋਮ ਕ੍ਰੋਮੋਸੋਮਸ ਆਰ ਦੀ ਥ੍ਰੈਡ-ਲਾਈਕ ਸਟਰਕਚਰ ਪ੍ਰੈਜ਼ੈਂਟ in the nucleus. These carry genes and help in inheritance or transfer of characters from the parent to the offspring. क्रोमोसोम्स की कैरी करते हैं जीन्स कैरी करते हैं जीन्स का की काम है हेल्प इन इनहेरिटेंस और ट्रांसफर ऑफ करैक्टर्स फ्रॉम द पेरेंट टू द ऑफस्प्रिंग पेरेंट्स तो ऑफस्प्रिंग उन्होंने अगली जनरेशन तक जोड़े करैक्टर्स ने पेरेंट्स के ट्रांसफर करने हैं वो कौन रोल प्ले करता जीन्स प्ले करते हैं जीन्स कितने प्रेजेंट होंगे क्रोमोसोम्स के उत्ते प्रेजेंट होंगे मैं तुम्हें एक डायग्राम शो करूँगी ਜਿਹਦੇ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਹੋਗਾ ਨਿਊਕਲੀਅਸ ਕੀ ਹੈ ਕ੍ਰੋਮੋਸੋਮ ਕਿੱਥੇ ਪ੍ਰੈਜ਼ੈਂਟ ਹੁੰਦੇ ਆ ਤੇ ਜੀਨਸ ਕਿਹੜੇ ਹੁੰਦੇ ਆ ਡੀਐਨਏ ਕਿਹੜਾ ਪਾਰਟ ਹੈ ਦ ਕ੍ਰੋਮੋਸੋਮ ਕੈਨ ਬੀ ਸੀਨ ਓਨਲੀ ਵੈਨ ਦੀ ਸੈੱਲ ਡਿਵਾਈਡ ਕ੍ਰੋਮੋਸੋਮ ਵੈਸੇ ਤਾਂ ਸਾਨੂੰ ਵਿਜ਼ੀਬਲ ਨਹੀਂ ਹੁੰਦੇ ਨੇ ਜਦੋਂ ਆਪਾਂ ਨਾਰਮਲੀ ਸੈੱਲ ਦੇਖਦੇ ਹਾਂ ਤਾਂ ਸਾਨੂੰ ਕ੍ਰੋਮੈਟਿਨ ਮਟੀਰੀਅਲ ਦਿਖਦਾ ਉਹਦੇ ਵਿੱਚ ਜਦੋਂ ਆਪਾਂ ਨਿਊਕਲੀਅਸ ਦੇਖਦੇ ਹਾਂ ਜਦੋਂ ਕਿਸੇ ਵੀ ਸੈੱਲ ਨੂੰ ਸਟੇਨ ਕੀਤਾ ਜਾਂਦਾ ਕੈਮੀਕਲ ਦੇ ਨਾਲ ਤਾਂ ਉਹਦੇ ਵਿੱਚੋਂ ਦੀ ਸਾਨੂੰ ਥ੍ਰੈਡ ਲਾਈਕ ਸਟਰਕਚਰਸ ਨਹੀਂ ਦਿਖਦੀਆਂ ਇੱਕ ਕ੍ਰੋਮੈਟਿਨ ਮਟੀਰੀਅਲ ਦਿਖਦਾ ਸਾਨੂੰ ਕ੍ਰੋਮੈਟਿਨ ਮਟੀਰੀਅਲ ਕ੍ਰੋਮੋਸੋਮ ਦੇ ਵਿੱਚ ਕਦੋਂ ਕਨਵਰਟ ਹੁੰਦਾ ਟਰਾਂਸਫਾਰਮ ਕਦੋਂ ਹੁੰਦਾ ਜਦੋਂ ਸੈੱਲ ਨੇ ਡਿਵਾਈਡ ਕਰਨਾ ਹੋਵੇ ਇਹ ਚੀਜ਼ ਨੂੰ ਧਿਆਨ ਰੱਖ ਲੈਣਾ ਤੁਸੀਂ ਵੀ ਕ੍ਰੋਮੋਸੋਮ ਸਾਨੂੰ ਕਦੋਂ ਵਿਜ਼ੀਬਲ ਹੋਣਗੇ ਜਦੋਂ ਸੈੱਲ ਨੇ ਡਿਵਾਈਡ ਕਰਨਾ ਸਿਰਫ ਉਦੋਂ ਹੀ ਸਾਨੂੰ ਕ੍ਰੋਮੋਸੋਮ ਵਿਜ਼ੀਬਲ ਹੋਣਗੇ ਅਦਰਵਾਈਜ਼ ਨਹੀਂ ਕ੍ਰੋਮੋਸੋਮ ਦਿਖਦੇ ਸੈੱਲ ਦੇ ਵਿੱਚ ਇਸ ਤੋਂ ਬਾਅਦ ਇਹਨਾਂ ਨੇ ਜੀਨਸ ਬਾਰੇ ਥੋੜਾ ਜਿਹਾ ਦਿੱਤਾ ਹੋਇਆ ਜੀਨਸ ਕੀ ਨੇ ਇਜ਼ ਅ ਯੂਨਿਟ ਆਫ ਇਨਹੈਰੀਟੈਂਸ ਇਨ ਲਿਵਿੰਗ ਆਰਗੈਨਿਜ਼ਮਸ ਇਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪਿਕਚਰ ਦਿਖਾਉਣਾ ਚਾਹੂੰਗੀ ਜਿਹਦੇ ਵਿੱਚ ਕੀ ਹੈ ਅਲੱਗ ਤੋਂ ਦਿਖਾਇਆ ਹੋਇਆ ਇਹਨਾਂ ਨੇ ਕਿੱਥੇ ਪ੍ਰੈਜ਼ੈਂਟ ਹੁੰਦੇ ਜੀਨਸ ਕ੍ਰੋਮੋਸੋਮਸ ਕਿਹੜੇ ਹੁੰਦੇ ਨੇ ਹੁਣ ਤੁਸੀਂ ਪਿਕਚਰ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਇਹਨਾਂ ਨੇ ਯੈਲੋ ਕਲਰ ਦਾ ਪੋਰਸ਼ਨ ਦਿਖਾਇਆ ਹੋਇਆ ਇਹ ਸਾਰਾ ਨਿਊਕਲੀਅਸ ਵਾਲਾ ਪੋਰਸ਼ਨ ਦਿਖਾਇਆ ਹੋਇਆ ਸੈੱਲ ਦੇ ਅੰਦਰ ਹੈ ਸੈੱਲ ਦੇ ਅੰਦਰ ਨਿਊਕਲੀਅਸ ਵਾਲਾ ਪੋਰਸ਼ਨ ਕੱਲਾ ਦਿਖਾਇਆ ਹੋਇਆ ਹੁਣ ਨਿਊਕਲੀਅਸ ਦੇ ਵਿੱਚ ਇਹਨਾਂ ਨੇ ਦਿਖਾਇਆ ਹੋਇਆ ਕ੍ਰੋਮੋਸੋਮਸ ਨਿਊਕਲੀਅਸ ਵਾਲਾ ਸੈਂਟਰ ਦੇ ਵਿੱਚ ਦਿਖਾਇਆ ਹੋਇਆ ਉਹਦੇ ਵਿੱਚ ਬਲੂ ਕਲਰ ਦੇ ਜਿੰਨੀਆਂ ਵੀ ਆ ਸਾਰੀਆਂ ਸਟਰਕਚਰਸ ਨੇ ਕ੍ਰੋਮੋਸੋਮਸ ਦਿਖ ਰਹੇ ਨੇ ਕ੍ਰੋਮੋਸੋਮ ਉਦੋਂ ਹੀ ਦਿਖਣਗੇ ਜਦੋਂ ਸੈੱਲ ਨੇ ਡਿਵਾਈਡ ਕਰਨਾ ਫਿਰ ਬਾਅਦ ਵਿੱਚ ਇਹਨਾਂ ਨੇ ਕ੍ਰੋਮੋਸੋਮ ਦੀ ਇੱਕ ਸਟਰਕਚਰ ਨੂੰ ਥੋੜਾ ਲਾਰਜ ਕਰਕੇ ਦਿਖਾਇਆ ਹੋਇਆ
क्रोमोसोम्स ने। क्रोमोसोम्स नूं अगे होर इन्होंने खोल के दिखाया होया भी क्रोमोसोम किस तरह होंदे ने। कंडेंस फॉर्म होंदी है कि DNA दी। हुण ये जो इन्होंने देखा तो अंदर की है जीन्स होंदे ने, क्रोमोसोम्स के उत्ते जीन्स प्रेजेंट होंदे ने। जीन्स की ने DNA का पार्ट होंदे आ। क्लीयर, जिन्हां दा काम की है इनहेरिटेंस करना, करैक्टर नूं ट्रांसफर करना पेरेंट्स तो अगली जनरेशन तक। क्लीयर। सैल है, सैल के सेंटर दे विच स्फेरिकल बॉडी प्रेजेंट होंदी है जिन्हों आपां बोलते न्यूक्लीयस। न्यूक्लीयस दे विच न्यूक्लियोलस प्रेजेंट होंदा। क्रोमैटिन मटीरियल प्रेजेंट होंदा। क्रोमैटिन मटीरियल कंडेंस हो जाता जो सैल ने डिवाइड होना उदों क्रोमोसोम चेंज हो जाता। फिर क्रोमोसोम की स्ट्रक्चर इन्होंने थोड़ी इनलार्ज करके दिखाई हुई है। क्रोमोसोम किदे तो मिल के बनया होया, DNA तो मिल के बनया होया। क्लीयर। DNA तो हिस्टोन प्रोटीन्स होंदे ने वो मिल के बने हुए। ये मैंशन नहीं किया होया हिस्टोन प्रोटीन का, जो तुसी हायर क्लास जाओगे फिर वो डिटेल ये बारे रीड करोगे। फिलहाल हले इस इत्थे तक ही ठीक है। जीन्स कित्थे प्रेजेंट होंदे, क्रोमोसोम्स के उत्ते प्रेजेंट होंदे। जीन्स का की रोल है वो ये दिखाया होया इन्होंने पैराग्राफ के दिता होया। जीन्स की ने, जीन इज़ द यूनिट ऑफ इनहेरिटेंस इन लिविंग ऑर्गेनिज्म। It controls the transfer of a hereditary character from the parents to offspring. This mean hereditary character ਨੂੰ ਕਿੱਦਾਂ कंट्रोल करता है इन्होंने थोड़ा जिहा एक्सप्लेन किया होया भी मान लो कि पेरेंट्स ने करैक्टर पास करते फॉर सम ऑफ देयर करैक्टर ऑन टू यू। इफ़ योर फादर हैज़ ब्राउन आइज़, जे फादर को ब्राउन आइज़ ने तो तुहाडे को भी मे ऑल्सो हैव ब्राउन आइज़। जे मदर दे करली एज ने तो यू मे ऑल्सो एंड अप हैविंग करली हेयर। However, the different combination of gene from parent result in different characteristics. Parents ਦੇ ਜਿਹੜੇ combination ਹੋਣਗੇ genes ਦੇ ਉਹਦੇ ਤੋਂ ਜਿਹੜੇ offspring ਦੇ characters ਉਹ वेरी ਕਰਦੇ ਨੇ ਥੋੜੇ ਜਿਹੇ। ਉਸ ਤੋਂ ਬਾਅਦ ਨਿਊਕਲੀਅਸ ਦਾ ਦੱਸਿਆ ਇਹਨਾਂ ਨੇ। ਨਿਊਕਲੀਅਸ ਇਨ ਐਡੀਸ਼ਨ ਟੂ ਇਟਸ ਰੋਲ ਇਨ ਇਨਹੈਰੀਟੈਂਸ। ਹੁਣ ਇਹਨਾਂ ਨੇ ਕਿਹਾ ਕਿ ਨਿਊਕਲੀਅਸ ਦਾ ਇਨਹੈਰੀਟੈਂਸ ਦੇ ਰੋਲ ਦੇ ਨਾਲ ਇਹ ਕੰਟਰੋਲ ਸੈਂਟਰ ਦੀ ਤਰ੍ਹਾਂ ਵੀ ਐਕਟ ਕਰਦਾ। ਕੰਟਰੋਲ ਸੈਂਟਰ ਮਤਲਬ ਸੈੱਲ ਦੀਆਂ ਜਿੰਨੀਆਂ ਵੀ ਐਕਟੀਵਿਟੀज़ ਨੇ वो कौन कंट्रोल करता, न्यूक्लियस में। इस करके इनू ब्रेन भी कहा जाता सैल का। द एंटायर कंटेंट ऑफ द लिविंग सैल इज़ नोन एज प्रोटोप्लाज्म। जिन्ना भी एंटायर कंटेंट आ सैल का, लिविंग कंटेंट आ, वो इन्होंने स्पैसिफिक टर्म यूज की है प्रोटोप्लाज्म। प्रोटोप्लाज्म की इंक्लूड करता साइटोप्लाज्म एंड न्यूक्लियस। क्लीयर। साइटोप्लाज्म तो न्यूक्लियस मिलके की बनाते हैं लिविंग सैल। लिविंग सैल मीनस प्रोटोप्लाज्म। प्रोटोप्लाज्म इज़ कॉल्ड द लिविंग सबस्टेंस ऑफ द सैल। इन्हों अंडरलाइन कर लेना। प्रोटोप्लाज्म इज़ कॉल्ड द लिविंग सबस्टेंस ऑफ द सैल। प्रोटोप्लाज्म च की इंक्लूड होंदा साइटोप्लाज्म एंड न्यूक्लियस। जे कोई सैल है, सैल दे विचों दी न्यूक्लियस अलग कर दिए तो सारा मटीरियल की होएगा साइटोप्लाज्म। जे सैल दे नाल बस न्यूक्लियस नूं भी इंक्लूड कर लेंदे आ तां वो की होएगा प्रोटोप्लाज्म, लिविंग सैल होएगा। क्लीयर। ਹੁਣ ਇਹਦੇ ਵਿੱਚ ਨੀਚੇ ਇਹਨਾਂ ਨੇ ਪ੍ਰੋਕੈਰੀਓਟ ਤੇ ਯੂਕੈਰੀਓਟ ਦੇ ਵਿੱਚ ਡਿਫਰੈਂਸ ਦੱਸਿਆ ਹੋਵੇ। ਪ੍ਰੋਕੈਰੀਓਟ ਕਿਹੜੇ ਹੁੰਦੇ ਨੇ, ਯੂਕੈਰੀਓਟਸ ਕਿਹੜੇ ਹੁੰਦੇ ਆ। ਨਿਊਕਲੀਅਸ ਦੇ ਅਕੋਰਡਿੰਗ ਇਹਨਾਂ ਨੇ ਮੇਨ ਡਿਫਰੈਂਸ ਦਿੱਤਾ ਕਿ ਨਿਊਕਲੀਅਸ ਆਫ ਦੀ ਬੈਕਟੀਰੀਅਲ ਸੈੱਲ ਇਜ਼ ਨਾਟ ਵੈਲ ਆਰਗੇਨਾਈਜ਼ਡ। ਜਿਹੜਾ ਬੈਕਟੀਰੀਅਲ ਸੈੱਲ ਹੁੰਦਾ ਉਹਦੇ ਵਿੱਚ ਨਿਊਕਲੀਅਸ ਵੈਲ ਆਰਗੇਨਾਈਜ਼ਡ ਨਹੀਂ ਹੁੰਦਾ ਲਾਈਕ ਦੀ ਸੈੱਲ ਆਫ ਮਲਟੀ ਸੈਲੂਲਰ ਆਰਗੇਨਿਜ਼ਮਸ। ਦੇयर इज़ नो ਨਿਊਕਲੀਅਰ ਮੈਂਬਰੇਨ। ਕੀ ਫਰਕ ਹੁੰਦਾ ਇਹਦੇ ਵਿੱਚ, ਜਿਹੜਾ ਬੈਕਟੀਰੀਅਲ ਸੈੱਲ ਦਾ ਨਿਊਕਲੀਅਸ ਆ ਉਹਦੇ ਵਿੱਚ ਨਿਊਕਲੀਅਰ ਮੈਂਬਰੇਨ ਪ੍ਰੈਜ਼ੈਂਟ ਨਹੀਂ ਹੁੰਦੀ। The cells having nuclear material without nuclear membrane are termed prokaryotic cells। फिर वो वाले सैल जिन्हां दे विच nuclear material present हुंदा पर nuclear membrane absent हुंदी है उन्हां सैल नूं बोलांगे prokaryotic cells। The organism with these kind of cell are called prokaryotes। organism जिन्हां कोल इस तरह दे सैल present हुंदे उन्हां नूं prokaryotes बोलदे हैं। जिवें कि बैक्टीरिया हो गया, blue green algae हो गया। The cell like onion cell, cheek cell having well organized nucleus with a nuclear membrane। ਜਿਹੜੇ onion cell ਹੋਣਗੇ, cheek cell ਹੋਣਗੇ, animal plant, bacteria, blue green algae ਨੂੰ ਛੱਡ ਕੇ ਬਾਕੀ ਜਿੰਨੇ ਵੀ ਸੈੱਲ ਹੋਣਗੇ ਉਹਨਾਂ ਦੇ ਵਿੱਚ well organized nucleus ਹੋਊਗਾ with nuclear membrane ਹੋਊਗੀ ਤਾਂ ਉਹਨਾਂ ਸੈੱਲ ਨੂੰ ਬੋਲਾਂਗੇ ਯੂਕੈਰੀਓਟਿਕ ਸੈੱਲ। ਤੇ ਜਿਨ੍ਹਾਂ ਆਰਗੇਨਿਜ਼ਮ ਦੇ ਵਿੱਚ ਇਹ ਵਾਲੇ ਸੈੱਲ ਪ੍ਰੈਜ਼ੈਂਟ ਹੋਣਗੇ ਉਹਨਾਂ ਨੂੰ ਯੂਕੈਰੀਓਟਸ ਬੋਲਿਆ ਜਾਂਦਾ। ਕਲੀਅਰ। ओके।